ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਥੈਂਕਸਗਿਵਿੰਗ ਮੌਕੇ ਵੈਕਸੀਨੇਟਡ ਲੋਕਾਂ ਦੇ ਨਾਲ ਵੀ ਹੋ ਸਕਦਾ ਹੈ ਜੋਖਮ। BC ਵਾਸੀਆਂ ਨੂੰ ਇਕੱਠ ਛੋਟਾ ਰੱਖਣ ਦੀ ਅਪੀਲ। ਟ੍ਰਾਂਸਲਿੰਕ ਨੇ ਕਰਮਚਾਰੀਆਂ ਦੇ ਲਈ ਕੀਤੇ ਟੀਕੇ ਲਾਜ਼ਮੀ। 29 ਨਵੰਬਰ ਤੱਕ ਕੋਵਿਡ ਟੀਕਾ ਲਗਵਾਉਣ ਦੀ ਮਿਆਦ ਕਰਨੀ ਹੋਵੇਗੀ ਪੂਰੀ। ਚੁਣੇ ਗਏ ਬੋਰਡ ਟਰਸਟੀਕਰਨ ਸਟਾਫ ਤੇ ਅਧਿਆਪਕਾਂ ਦੇ ਲਈ ਵੈਕਸੀਨ ਲਾਜ਼ਮੀ ਕਰਨ ਦਾ ਵਿਚਾਰ। ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਹਰ ਸੰਭਵ ਕੋਸ਼ਿਸ਼। ਖਬਰਾਂ ਵਿਸਥਾਰ ਦੇ ਨਾਲ। ਥੈਂਕਸਗਿਵਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਹੋਣਗੀਆਂ। ਥੈਂਕਸਗਿਵਿੰਗ ਮੌਕੇ ਜੇ ਆਕਾਰ ਛੋਟਾ ਨਾ ਰੱਖਿਆ ਤਾਂ ਸਾਰਿਆਂ ਦੇ ਲਈ ਰਿਸਕੀ ਹੋ ਸਕਦਾ ਹੈ। ਡਾਕਟਰ ਬ੍ਰਾਇਨ ਕਾਨਵੇ ਦਾ ਕਹਿਣਾ ਹੈ ਕਿ ਬੇਸ਼ੱਕ ਤੁਹਾਡੇ ਡਿਨਰ ਟੇਬਲ ਦੇ ਉੱਤੇ ਉਹ ਲੋਕ ਮੌਜੂਦ ਨੇ ਜੋ ਪੂਰੀ ਤਰ੍ਹਾਂ ਵੈਕਸੀਨੇਟਡ ਨੇ, ਪਰ ਫਿਰ ਵੀ ਰਿਸਕ ਹੈ। ਜੋਖਮ ਤੁਹਾਡਾ ਬੇਹੱਦ ਨਜ਼ਦੀਕ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਡਲਿੰਗ ਅੰਕੜੇ ਤਾਂ ਇਹ ਦੱਸਦੇ ਨੇ ਕਿ ਦੇਸ਼ ਭਰ ਦੇ ਵਿੱਚ ਕੋਵਿਡ ਸੰਚਾਰ ਦੀ ਜਿਹੜੀ ਦਰ ਹੈ ਉਹ ਜੁਲਾਈ ਤੋਂ ਬਾਅਦ ਪਹਿਲੀ ਵਾਰ ਘਟ ਰਹੀ ਹੈ, ਪਰ ਫਿਰ ਵੀ BC ਵਾਸੀਆਂ ਨੂੰ ਆਪਣੇ ਟੇਬਲ ਦੇ ਆਕਾਰ ਛੋਟੇ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਇਸ ਹਫ਼ਤੇ ਦੇ ਅਖੀਰ ਦੇ ਵਿੱਚ ਪਹਿਲੀ ਵਾਰ ਹੋ ਸਕਦਾ ਹੈ ਜਦੋਂ COVID-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਛੁੱਟੀਆਂ ਮਨਾਉਣ ਲਈ ਇਕੱਠੇ ਹੋਣਗੇ। ਪਰ ਮਾਹਰ ਤੁਹਾਨੂੰ ਤਾਕੀਦ ਕਰ ਰਹੇ ਨੇ ਕਿ ਆਪਣੀ ਸੁਰੱਖਿਆ ਨੂੰ ਨਿਰਾਸ਼ ਨਾ ਕਰੋ। ਧਿਆਨ ਦਿਵੋ ਕਿ ਵਾਇਰਸ ਅਜੇ ਵੀ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ। ਵੈਨਕੂਵਰ ਤੇ ਛੋਤ ਵਾਲੀ ਬਿਮਾਰੀ ਕੇਂਦਰ ਦਾ ਕਹਿਣਾ ਹੈ ਕਿ ਬੇਸ਼ੱਕ ਤੁਹਾਨੂੰ BC ਦੇ ਵਿੱਚ ਸਮੂਹਾਂ 'ਚ ਇਕੱਠੇ ਹੋਣ ਦੀ ਆਗਿਆ ਹੋਵੇ, ਇਸ ਦਾ ਇਹ ਮਤਲਬ ਨਹੀਂ ਹੈ ਕਿ ਜੋਖਮ ਆਲੇ ਦੁਆਲੇ ਨਹੀਂ ਹੈ। ਡਾਕਟਰ ਬ੍ਰਾਇਨ ਕਹਿੰਦੇ ਨੇ ਕਿ ਭਾਵੇਂ ਤੁਹਾਡੇ ਥੈਂਕਸਗਿਵਿੰਗ ਡਿਨਰ ਦੇ ਵਿੱਚ ਹਰ ਕਿਸੇ ਨੂੰ ਟੀਕਾ ਲਗਾਇਆ ਜਾਵੇ, ਫਿਰ ਵੀ ਜੋਖਮ ਹੈ। ਕਮਿਊਨਿਟੀ ਦੇ ਵਿੱਚ ਅਜੇ ਵੀ ਬਹੁਤ ਸਾਰੇ ਟੀਕਾਕਰਨ ਰਹਿਤ ਲੋਕ ਨੇ ਜੋ ਕਮਿਊਨਿਟੀ ਆਧਾਰਿਤ ਪ੍ਰਸਾਰਨ ਨੂੰ ਵਧਾ ਰਹੇ ਨੇ ਤੇ ਬਹੁਤ ਸਾਰੇ ਮਾਮਲੇ ਵਧ ਰਹੇ ਨੇ। ਇਸ ਲਈ ਟੀਕਾ ਲਗਵਾਏ ਗਏ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਬੌਨੀ ਹੈਨਰੀ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੀ ਕਹਿ ਚੁੱਕੇ ਨੇ ਕਿ ਇਕੱਠ ਛੋਟਾ ਰੱਖੋ ਤੇ ਵੈਕਸੀਨੇਟਡ ਲੋਕਾਂ ਨੂੰ ਹੀ ਆਪਣੇ ਆਸੇ-ਪਾਸੇ ਰੱਖੋ। ਕਾਨਵੇ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਟੀਕਾਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਟੀਕਾਕਰਨ ਰਹਿਤ ਲੋਕਾਂ ਦੇ ਵਿੱਚ COVID-19 ਦੇ ਸੰਚਾਰਨ ਦਾ ਜੋਖਮ 50 ਗੁਣਾ ਜ਼ਿਆਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਖਾਣੇ ਦੀ ਟੇਬਲ ਤੇ ਜਿੰਨੇ ਜ਼ਿਆਦਾ ਲੋਕ ਨੇ, ਵਾਇਰਸ ਫੈਲਣ ਦਾ ਜੋਖਮ ਓਨਾ ਜ਼ਿਆਦਾ ਹੁੰਦਾ ਹੈ। ਜੇ ਅਸੀਂ ਨੰਬਰ ਘਟਾ ਸਕਦੇ ਹਾਂ, ਜੇ ਅਸੀਂ ਵਧੇਰੇ ਲੋਕਾਂ ਨੂੰ ਟੀਕਾ ਲਗਵਾ ਸਕਦੇ ਹਾਂ ਤਾਂ ਅਸੀਂ ਸੰਭਾਵਤ ਤੌਰ ਤੇ ਪਾਬੰਦੀਆਂ ਹਟਾਉਣਾ ਸ਼ੁਰੂ ਕਰ ਸਕਦੇ ਹਾਂ। ਪਰ ਹੁਣ ਲਈ ਮੈਨੂੰ ਲੱਗਦਾ ਹੈ ਕਿ ਥੈਂਕਸਗਿਵਿੰਗ ਲਈ ਟੀਕੇ ਲਗਾਏ ਗਏ ਲੋਕਾਂ ਦੇ ਛੋਟੇ ਸਮੂਹ ਬਹੁਤ ਸਾਰੇ ਅਰਥ ਰੱਖਦੇ ਨੇ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਜਿਵੇਂ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਵੇਖਦੇ ਹਾਂ। ਕਿਸੇ ਗੈਰ ਟੀਕਾਕਰਨ ਰਿਸ਼ਤੇਦਾਰ ਜਾਂ ਦੋਸਤ ਨੂੰ ਇਹ ਕਹਿਣਾ ਕਿ ਤੁਹਾਡਾ ਘਰ ਦੇ ਵਿੱਚ ਥੈਂਕਸਗਿਵਿੰਗ ਲਈ ਸਵਾਗਤ ਨਹੀਂ ਹੈ ਇੱਕ ਅਜੀਬ ਤੇ ਅਸੁਵਿਧਾਜਨਕ ਗੱਲ ਲੱਗਦੀ ਹੈ। ਪਰ ਕਾਨਵੇ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਕੋਵਿਡ ਜਿਹੜਾ ਵਿਨਾਸ਼ਕਾਰੀ ਹੈ ਉਸਦੀ ਆਦਤ ਪਾਉਣ ਦੀ ਲੋੜ ਹੈ। ਇਹ ਜੋੜਨਾ ਬਹੁਤ ਜ਼ਰੂਰੀ ਹੈ ਕਿ ਟੀਕਾਕਰਨ ਤੇ ਨਾ ਟੀਕੇ ਵਾਲਿਆਂ ਦੇ ਵਿੱਚ ਜਿਹੜਾ ਪਾੜਾ ਹੈ ਉਹ ਮੁੱਕ ਸਕੇ। ਇਸ ਦੌਰਾਨ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਨਵੀਂ ਫੈਡਰਲ ਮਾਡਲਿੰਗ ਦਰਸਾਉਂਦੀ ਹੈ ਕਿ ਸੰਚਾਰ ਪੱਧਰ ਰਾਸ਼ਟਰੀ ਪੱਧਰ ਤੇ ਘਟਣਾ ਸ਼ੁਰੂ ਹੋ ਰਿਹਾ ਤੇ ਆਉਣ ਵਾਲੇ ਹਫ਼ਤਿਆਂ ਵਿੱਚ ਇਹ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਡੇਟਾ ਨੋਟ ਕਰਦਾ ਹੈ ਕਿ ਕੈਨੇਡਾ ਦੇ ਕੁਝ ਖੇਤਰਾਂ ਵਿੱਚ ਰੇਟ ਅਜੇ ਵੀ ਬਹੁਤ ਜ਼ਿਆਦਾ ਹੈ। ਜੇ ਚੀਜ਼ਾਂ ਸਹੀ ਦਿਸ਼ਾ ਵੱਲ ਚੱਲਦੀਆਂ ਰਹੀਆਂ ਤਾਂ ਕੈਨੇਡਾ ਦੇ ਚੋਟੀ ਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਗਿਰਾਵਟ ਦੇਖ ਸਕਦੇ ਹਾਂ ਤੇ ਕ੍ਰਿਸਮਸ ਤੇ ਹੋਰ ਛੁੱਟੀਆਂ ਦਾ ਸਮਾਂ ਅਜੇ ਲਗਭਗ ਦੂਰ ਹੈ। ਪਰ ਕਾਨਵੇ ਦਾ ਮੰਨਣਾ ਹੈ ਕਿ ਸਾਨੂੰ ਟੀਕੇ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਉਹਨਾਂ ਲੋਕਾਂ ਨੂੰ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰਨ ਲਈ ਹੁਣ ਯੋਜਨਾ ਬਣਾਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਵੈਕਸੀਨ ਲਗਵਾਉਣ ਦੀ ਲੋੜ ਹੈ। ਉਹਨਾਂ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਆਪਣਾ ਭਵਿੱਖ ਤੈਅ ਕਰਨਾ ਹੈ, ਜਿਵੇਂ ਕਿ ਅਸੀਂ ਗਿਣਤੀ ਘਟਦੀ ਦੇਖ ਰਹੇ ਹਾਂ ਤੇ ਪਾਬੰਦੀਆਂ ਤੇ ਸਿਫਾਰਸ਼ਾਂ ਥੋੜੀਆਂ ਘੱਟ ਸਖਤ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਟ੍ਰਾਂਸਲਿੰਕ ਕਰਮਚਾਰੀਆਂ ਨੂੰ ਹੁਣ ਆਪਣੀ ਵੈਕਸੀਨ ਲਗਾਉਣੀ ਜਿਹੜੀ ਹੈ ਜ਼ਰੂਰੀ ਹੋਵੇਗੀ। ਟ੍ਰਾਂਸਲਿੰਕ ਕਰਮਚਾਰੀਆਂ ਨੂੰ 29 ਨਵੰਬਰ ਤੱਕ COVID-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਲੋੜ ਹੋਏਗੀ। ਵੈਕਸੀਨ ਪਾਲਿਸੀ ਟ੍ਰਾਂਸਲਿੰਕ, ਕੋਸਟ ਮਾਊਂਟੇਨ ਬੱਸ ਕੰਪਨੀ, BC ਰੈਪਿਡ ਟ੍ਰਾਂਸਿਟ ਕੰਪਨੀ ਤੇ ਪੁਲਿਸ ਦੇ ਕਰਮਚਾਰੀਆਂ ਦੇ ਉੱਤੇ ਜਿਹੜੀ ਹੈ ਟ੍ਰਾਂਸਲਿੰਕ ਤੇ ਲਾਗੂ ਹੁੰਦੀ ਹੈ। ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਇਸ ਦੀ ਨੀਤੀ ਦੂਜੀਆਂ ਏਜੰਸੀਆਂ ਦੇ ਨਾਲ ਸੂਬੇ ਦੁਆਰਾ ਲਿਆਂਦੀ ਗਈ ਨੀਤੀਆਂ ਦੇ ਨਾਲ ਮੇਲ ਖਾਂਦੀ ਹੈ। ਟ੍ਰਾਂਸਲਿੰਕ BC ਦੇ ਵਿੱਚ ਬਹੁਤ ਸਾਰੇ ਪ੍ਰਮੁੱਖ ਰੋਜ਼ਗਾਰਦਾਤਾਵਾਂ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ। ਇਸ ਦੇ ਸਾਰੇ ਕਰਮਚਾਰੀ COVID-19 ਟੀਕਿਆਂ ਦੀ ਜ਼ਰੂਰਤ ਵਿੱਚ ਸ਼ਾਮਿਲ ਹੋ ਰਹੇ ਨੇ। ਇਹ ਨਵੀਂ ਲੋੜ ਖਾਸ ਤੌਰ ਤੇ ਟ੍ਰਾਂਸਲਿੰਕ, ਕੋਸਟ ਮਾਊਂਟੇਨ ਬੱਸ ਕੰਪਨੀ, BC ਰੈਪਿਡ ਟ੍ਰਾਂਸਿਟ ਕੰਪਨੀ ਤੇ ਟ੍ਰਾਂਸਿਟ ਪੁਲਿਸ ਦੇ ਸਾਰੇ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ। ਕਰਮਚਾਰੀਆਂ ਦੇ ਕੋਲ ਪੂਰੇ ਟੀਕਾਕਰਨ ਦਾ ਸਬੂਤ ਦੇਣ ਲਈ 29 ਨਵੰਬਰ ਤੱਕ ਦਾ ਸਮਾਂ ਹੈ। ਇਸ ਸਮੇਂ ਇਹ ਅਸਪਸ਼ਟ ਹੈ ਕਿ ਉਹਨਾਂ ਕਰਮਚਾਰੀਆਂ ਦਾ ਕੀ ਹੋਵੇਗਾ ਜੋ ਸ਼ਾਟ ਲੈਣ ਤੋਂ ਇਨਕਾਰ ਕਰ ਰਹੇ ਨੇ। ਟ੍ਰਾਂਸਲਿੰਕ ਦੇ ਨਾਲ ਟੀਕਾਕਰਨ ਦੀ ਲੋੜ ਨੂੰ ਇੱਕ ਸੁਰੱਖਿਆ ਦੀ ਵਾਧੂ ਪਰਤ ਵਜੋਂ ਦੇਖ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਟੀਕਾਕਰਨ ਵਾਇਰਸ ਦੇ ਵਿਰੁੱਧ ਸਾਡੀ ਸਭ ਤੋਂ ਵਧੀਆ ਢਿੱਲ ਹੈ ਤੇ ਸਾਡੇ ਕਰਮਚਾਰੀਆਂ ਦੇ
ਸਾਡੇ ਗਾਹਕਾਂ ਲਈ ਸੁਰੱਖਿਆ ਦੀ ਵੀ ਇੱਕ ਵਾਧੂ ਪਰਤ ਪ੍ਰਦਾਨ ਕਰਨ ਦੀ ਨੀਤੀ ਨੂੰ ਲਾਗੂ ਕਰਦੀ ਹੈ। ਅਸੀਂ ਯੂਨੀਅਨ ਦੇ ਨਾਲ ਗੱਲ ਕਰ ਰਹੇ ਹਾਂ ਤੇ ਉਹ ਇਸ ਨੀਤੀ ਤੋਂ ਜਾਣੂ ਨੇ। ਯੂਨੀਫੋਰ ਦੇ ਮੁਖੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੱਸ ਡਰਾਈਵਰਾਂ ਦੇ ਲਈ ਟੀਕਾਕਰਨ ਦਾ ਸਮਰਥਨ ਕਰਦੇ ਨੇ। ਇਸ ਸਮੇਂ ਲਵਗ੍ਰੀਨ ਦਾ ਕਹਿਣਾ ਹੈ ਕਿ ਟਰਾਂਸਲਿੰਕ ਕਰਮਚਾਰੀਆਂ ਨੂੰ ਦੋਵਾਂ ਸ਼ਾਟ ਦੀ ਜ਼ਰੂਰਤ ਤੋਂ ਮੁਕਤ ਹੱਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗੇ ਵੇਰਵੇ ਆਉਣ ਵਾਲੇ ਹਫ਼ਤਿਆਂ ਦੇ ਅੰਦਰ ਆ ਜਾਣਗੇ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਡਾਕਟਰੀ ਆਧਾਰ ਤੇ ਛੋਟ ਦਿੱਤੀ ਜਾਵੇਗੀ। ਸੱਚਮੁੱਚ ਇਹ ਪ੍ਰਾਂਤ ਦੇ ਬੋਰਾ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਫੈਸਲਾ ਲਿਆ ਹੈ। ਇਹ ਫੈਸਲਾ ਹਾਲਾਂਕਿ ਉਸ ਸਮੇਂ ਦੌਰਾਨ ਆਇਆ ਹੈ ਜਦੋਂ ਬਹੁਤ ਲੋਕ ਆਵਾਜਾਈ ਦੇ ਵਿੱਚ ਵਾਪਸ ਆ ਗਏ ਨੇ। ਟਰਾਂਸਲਿੰਕ ਦੇ CEO ਨੇ ਕਿਹਾ ਕਿ ਅਸੀਂ ਵਧੇਰੇ ਜ਼ਰੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਦੀ ਸੰਭਵ ਕੋਸ਼ਿਸ਼ ਹੋ ਸਕੇ। ਆਵਾਜਾਈ ਅਥਾਰਟੀ ਦਾ ਕਹਿਣਾ ਹੈ ਕਿ ਇਸ ਦੀ ਨੀਤੀ ਹੋਰ ਏਜੰਸੀਆਂ ਜਿਵੇਂ ਕਿ BC ਹਾਈਡਰੋ ਤੇ ਸਿਹਤ ਸੰਭਾਲ ਅਥਾਰਟੀਆਂ ਦੇ ਨਾਲ ਹੀ ਸੂਬੇ ਦੁਆਰਾ ਲਿਆਂਦੇ ਗਏ ਵਿਕਲਪ ਨਾਲ ਮੇਲ ਖਾਂਦੀ ਹੈ। ਟਰਾਂਸਲਿੰਕ ਨੇ ਕਿਹਾ ਹੈ ਕਿ ਕਰਮਚਾਰੀਆਂ ਤੇ ਯੂਨੀਅਨਾਂ ਦੇ ਨਾਲ ਆਪਣੀ ਨੀਤੀ ਨੂੰ ਹੋਰ ਪ੍ਰਭਾਸ਼ਿਤ ਕਰਨ ਦੇ ਨਾਲ ਕੰਮ ਕਰੇਗੀ, ਜਦੋਂ ਕਿ ਉਹਨਾਂ ਲੋਕਾਂ ਨੂੰ ਵਧੇਰੇ ਜਾਣਕਾਰੀ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਡਾਕਟਰੀ ਕਾਰਨਾਂ ਕਰਕੇ ਛੋਟ ਦਿੱਤੀ ਜਾ ਸਕੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ BC ਦੇ ਸਕੂਲਾਂ ਦੇ ਵਿੱਚ ਅਧਿਆਪਕਾਂ ਤੇ ਸਟਾਫ ਦੇ ਲਈ ਵੈਕਸੀਨ ਲਾਜ਼ਮੀ ਕਰਨ ਦਾ ਮਾਮਲਾ ਲਗਾਤਾਰ ਉੱਠ ਰਿਹਾ ਹੈ, ਜਿਸ ਤੇ ਚੁਣੇ ਹੋਏ ਬੋਰਡਾਂ ਨੂੰ ਵੀ ਜੌਨ ਹੌਰਗਨ ਨੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਹੌਰਗਨ ਦਾ ਕਹਿਣਾ ਹੈ ਕਿ ਮਾਪਿਆਂ ਦੀ ਚਿੰਤਾ ਨੂੰ ਅਸੀਂ ਸਮਝਦੇ ਹਾਂ ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਨੇ। ਚੁਣੇ ਹੋਏ ਟਰਸਟੀਜ਼ ਤੇ ਸਕੂਲ ਬੋਰਡ ਵੀ ਇਸ ਤੇ ਸੋਚ ਵਿਚਾਰ ਕਰਨ। ਲਾਜ਼ਮੀ ਟੀਕੇ ਇੱਕ ਆਖਰੀ ਉਪਾਅ ਨੇ ਤੇ ਚੁਣੇ ਹੋਏ ਟਰਸਟੀ ਸਭ ਤੋਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸ ਚੀਜ਼ ਦੀ ਹੁਣ ਜ਼ਿਆਦਾ ਲੋੜ ਹੈ। ਨਿਊ ਵੈਸਟਮਿੰਸਟਰ ਬੋਰਡ ਨੇ ਸ਼ਾਰਟਸ ਨੂੰ ਮੈਂਡੇਟਰੀ ਬਣਾਉਣ ਸੰਬੰਧੀ ਲੀਗਲ ਸਲਾਹ ਵੀ ਮੰਗੀ ਹੈ ਔਰ ਇਸ ਦੌਰਾਨ ਪ੍ਰੀਮੀਅਰ ਹੌਰਗਨ ਨੇ ਪੁੱਛਿਆ ਗਿਆ ਕਿ ਕਈ ਲੋਕਾਂ ਨੂੰ ਵੈਕਸੀਨ ਕਾਰਡ ਦੇ ਨਾਲ ਸੰਬੰਧਿਤ ਵੀ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਤੇ ਕਾਰਗਰ ਹੋਣ ਸੰਬੰਧੀ ਵੀ ਸਵਾਲ ਉੱਠ ਰਹੇ ਨੇ। ਫਿਲਹਾਲ ਜੌਨ ਹੌਰਗਨ ਨੇ ਜਵਾਬ ਕੁਝ ਇਸ ਤਰ੍ਹਾਂ ਦਿੱਤਾ। ਪ੍ਰੀਮੀਅਰ ਜੌਨ ਹੌਰਗਨ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਦੇ ਵਿੱਚ ਕਰਮਚਾਰੀਆਂ ਲਈ ਟੀਕੇ ਦੇ ਆਦੇਸ਼ ਇੱਕ ਆਖਰੀ ਉਪਾਅ ਹੈ ਤੇ ਚੁਣੇ ਗਏ ਬੋਰਡ ਟਰਸਟੀ ਜਾਣਦੇ ਨੇ ਕਿ ਉਹਨਾਂ ਦੇ ਭਾਈਚਾਰਿਆਂ ਲਈ ਅਜਿਹੇ ਫੈਸਲੇ ਲਾਗੂ ਕਰਨ ਦੀ ਬਜਾਏ ਉਹਨਾਂ ਦੇ ਭਾਈਚਾਰਿਆਂ ਦੇ ਵਿੱਚ ਲੋੜ ਕੀ ਹੈ। ਮਾਪਿਆਂ ਦੇ ਸਮੂਹਾਂ ਤੇ BC ਟੀਚਰਸ ਫੈਡਰੇਸ਼ਨ ਨੇ ਸਾਰੇ ਸਕੂਲ ਜ਼ਿਲ੍ਹਿਆਂ ਨੂੰ ਸੂਬਾ ਵਿਆਪੀ ਆਦੇਸ਼ ਦੀ ਅਣਹੋਂਦ ਦੇ ਵਿੱਚ ਕੋਵਿਡ-19 ਦਾ ਆਦੇਸ਼ ਲਾਗੂ ਕਰਨ ਲਈ ਕਿਹਾ ਹੈ, ਜਦੋਂ ਕਿ ਨਿਊ ਵੈਸਟਮਿੰਸਟਰ ਸਿੱਖਿਆ ਬੋਰਡ ਨੇ ਸ਼ਾਰਟ ਲਾਜ਼ਮੀ ਬਣਾਉਣ ਬਾਰੇ ਕਾਨੂੰਨੀ ਰਾਏ ਮੰਗੀ ਹੈ। ਹੌਰਗਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਹੈ ਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਰਕਾਰਾਂ ਤੇ ਸਕੂਲ ਬੋਰਡ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਸਭ ਕੁਝ ਕਰ ਰਹੇ ਨੇ ਜੋ ਕਰ ਸਕਦੇ ਨੇ। K-12 ਸਿਸਟਮ ਦੇ ਵਿੱਚ ਲੋਕਾਂ ਦੀ ਸਭ ਤੋਂ ਵੱਡੀ ਸੰਸਥਾ ਨੇ ਕਿਹਾ ਹੈ ਕਿ ਇਹ ਫਤਵਾ ਅਗਲਾ ਤਣਾਅਪੂਰਨ ਕੰਮ ਹੈ। ਹੌਰਗਨ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਸਕੂਲੀ ਜ਼ਿਲ੍ਹੇ ਇਸ ਨਾਲ ਸਹਿਮਤ ਹੋਣਗੇ। ਹੌਰਗਨ ਨੇ ਕਿਹਾ ਸਿਹਤ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਤਿਆਰ ਨੇ ਕਿ ਉਹ ਸਾਰੇ ਜੋ ਕੋਵਿਡ-19 ਦਾ ਟੀਕਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਸ਼ਾਟ ਮਿਲੇਗਾ, ਪਰ ਸੂਬਾ ਇਸ ਮਾਮਲੇ ਵਿੱਚ ਮਾਲਕ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਸਕੂਲ ਬੋਰਡ ਦਾ ਹਿੱਸਾ ਨੇ ਕਿ ਆਪਣੇ ਕਰਮਚਾਰੀਆਂ ਤੇ ਜ਼ਿਲ੍ਹੇ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵਧੀਆ ਤਰੀਕਿਆਂ ਨਾਲ ਆਪਣੇ ਆਪ ਨੂੰ ਸੂਚਿਤ ਕਰਨਾ। 3 BC ਸਕੂਲੀ ਜ਼ਿਲ੍ਹਿਆਂ ਨੇ ਪਿਛਲੇ ਹਫ਼ਤੇ ਕਿੰਡਰਗਾਰਟਨ ਤੋਂ ਗ੍ਰੇਡ 3 ਤੱਕ ਦੇ ਵਿਦਿਆਰਥੀਆਂ ਦੇ ਲਈ ਮਾਸਕ ਦੇ ਆਦੇਸ਼ ਦਾ ਵਿਸਤਾਰ ਕਰਨ ਲਈ ਆਪਣੀ ਵੋਟ ਪਾਈ, ਜਿਸ ਨਾਲ ਸੂਬਾਈ ਸਿਹਤ ਅਧਿਕਾਰੀਆਂ ਨੇ 4 ਅਕਤੂਬਰ ਤੋਂ ਸੂਬੇ ਭਰ ਦੇ ਵਿੱਚ ਤਬਦੀਲੀ ਲਾਗੂ ਕਰਨ ਲਈ ਕਿਹਾ। ਵੀਰਵਾਰ ਨੂੰ ਇੱਕ ਸੁਤੰਤਰ ਸਮੂਹ ਜੋ BC ਦੇ ਵਿੱਚ ਮਹਾਮਾਰੀ ਦਾ ਵਿਸ਼ਲੇਸ਼ਣ ਕਰਦਾ ਹੈ ਨਵੀਂ ਮਾਡਲਿੰਗ ਜਾਰੀ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਕਿ ਫਰੇਜ਼ਰ ਅੰਦਰੂਨੀ ਤੇ ਵੈਨਕੂਵਰ ਟਾਪੂ ਦੇ ਸਿਹਤ ਅਧਿਕਾਰੀਆਂ ਵਿੱਚ ਬੱਚਿਆਂ ਦੇ ਕੇਸਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਕਿਉਂਕਿ ਉਹ ਪ੍ਰਾਂਤ ਦੇ ਟੀਕਾਕਰਨ ਰਹਿਤ ਵਸਨੀਕਾਂ ਦੇ ਲਗਭਗ ਅੱਧੇ ਹਿੱਸੇ ਹਨ। 12 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੋਵਿਡ-19 ਦੀ ਲਾਗ ਮਹਾਮਾਰੀ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2 ਸਾਲਾਂ ਦੇ ਅੰਦਰ ਘੱਟੋ-ਘੱਟ 20% ਨੂੰ ਵਾਇਰਸ ਹੋਵੇਗਾ। ਵਿਕਟੋਰੀਆ ਤੇ ਬ੍ਰਿਟਿਸ਼ ਕੋਲੰਬੀਆ, ਸਾਈਮਨ ਫਰੇਜ਼ਰ ਯੂਨੀਵਰਸਿਟੀ ਤੇ ਪ੍ਰਾਈਵੇਟ ਸੈਕਟਰ ਦੀਆਂ ਯੂਨੀਵਰਸਿਟੀਆਂ ਦੇ 12 ਮਹਾਮਾਰੀ ਵਿਗਿਆਨੀਆਂ ਨੇ ਗਣਿਤ ਸ਼ਾਸਤਰੀਆਂ ਤੇ ਡਾਟਾ ਵਿਸ਼ਲੇਸ਼ਣਾਂ ਦੀ ਰਿਪੋਰਟ 4 ਅਕਤੂਬਰ ਤੱਕ ਦੇ ਸਮੇਂ ਨੂੰ ਕਵਰ ਕਰਦੀ ਹੈ। ਫਾਈਜ਼ਰ ਕੈਨੇਡਾ ਨੇ ਕਿਹਾ ਹੈ ਕਿ ਉਹ ਅਕਤੂਬਰ ਦੇ ਅੱਧ ਤੱਕ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੀ ਕੋਵਿਡ-19 ਟੀਕੇ ਲਈ ਹੈਲਥ ਕੈਨੇਡਾ ਤੋਂ ਅਧਿਕਾਰ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਨੇ ਪਿਛਲੇ ਹਫ਼ਤੇ ਕੈਨੇਡੀਅਨ ਸਰਕਾਰ ਨੂੰ ਉਸ ਉਮਰ ਦੇ ਬੱਚਿਆਂ ਦੇ ਕਲੀਨਿਕ ਅਜਮਾਇਸ਼ ਤੋਂ ਡੇਟਾ ਜਮ੍ਹਾਂ ਕਰਾਉਣਾ ਸੀ, ਪਰ ਰਸਮੀ ਤੌਰ ਤੇ ਅਧਿਕਾਰ ਦੀ ਬੇਨਤੀ ਨਹੀਂ ਕੀਤੀ ਸੀ। ਇਹ ਟੀਕਾ ਦਸੰਬਰ 2020 ਦੇ ਵਿੱਚ ਘੱਟੋ-ਘੱਟ 16 ਸਾਲ ਦੀ ਉਮਰ ਦੇ ਲੋਕਾਂ ਤੇ ਮਈ ਦੇ ਵਿੱਚ 12 ਤੋਂ 15 ਦੇ ਵਿਚਕਾਰ ਦੇ ਨੌਜਵਾਨਾਂ ਲਈ ਅਧਿਕਾਰਤ ਸੀ। ਹੌਰਗਨ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ BC ਦੇ ਬੱਚਿਆਂ ਨੂੰ ਟੀਕੇ ਪਹੁੰਚਾਉਣ ਦੀ ਲੌਜਿਸਟਿਕ ਤੇ ਕੰਮ ਕੀਤਾ ਹੈ ਤੇ ਇਹ ਪ੍ਰਵਾਨਗੀ ਵੀ ਆਉਂਦੀ ਹੈ। ਮਾਡਲਿੰਗ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਛੋਟੇ ਬੱਚਿਆਂ ਨੂੰ ਲਾਭ ਮਿਲੇਗਾ ਜੇ ਉਹਨਾਂ ਦੀ ਉਮਰ ਸਮੂਹ ਲਈ ਇੱਕ ਟੀਕਾ ਮਨਜ਼ੂਰ ਹੋ ਜਾਂਦਾ ਹੈ ਤੇ ਬਾਲਗਾਂ ਦੇ ਵਿੱਚ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰੇਗਾ, ਜਿਨ੍ਹਾਂ ਵਿੱਚ ਬਜ਼ੁਰਗ ਤੇ ਬਿਨਾਂ ਟੀਕਾਕਰਨ ਸ਼ਾਮਿਲ ਹੈ।
ਰਿਪੋਰਟ ਵਿੱਚ ਕਿਹਾ ਗਿਆ ਕਿ BC ਦੀਆਂ ਇੰਟੈਂਸਿਵ ਕੇਅਰ ਯੂਨਿਟਾਂ ਉੱਤੇ ਦਬਾਅ ਸਿਖਰਲੇ ਪੱਧਰ ਤੇ ਨੇੜੇ ਰਹਿੰਦਾ ਹੈ, ਪਰ COVID-19 ਦੇ ਕੇਸ ਮਾਸਕਿੰਗ, ਟੀਕਾਕਰਨ ਤੇ ਜਨਤਕ ਸਿਹਤ ਦੇ ਹੋਰ ਉਪਾਵਾਂ ਕਾਰਨ ਸਤੰਬਰ ਤੱਕ ਸਥਿਰ ਰਹੇ। ਸੂਬੇ ਵਿੱਚ ਵੀਰਵਾਰ ਨੂੰ COVID-19 ਦੇ 624 ਨਵੇਂ ਮਾਮਲੇ ਆਏ, ਜਿਸ ਨਾਲ ਸਰਗਰਮ ਲਾਗਾਂ ਦੀ ਕੁੱਲ ਗਿਣਤੀ 5929 ਹੋ ਗਈ, ਜਿਸ ਨੇ 4 ਹੋਰ ਮੌਤਾਂ ਦੀ ਕੁੱਲ ਸੰਖਿਆ 1996 ਹੋ ਗਈ। ਉੱਤਰੀ ਸਿਹਤ ਅਥਾਰਟੀ ਨੇ ਵੀਰਵਾਰ ਨੂੰ 2 ਮਰੀਜ਼ਾਂ ਦੀਆਂ ਇਕਾਈਆਂ ਦੇ ਵਿੱਚ ਪ੍ਰਕੋਪ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਕਿਹਾ ਹੈ ਕਿ ਉੱਤਰੀ BC ਦੇ ਯੂਨੀਵਰਸਿਟੀ ਹਸਪਤਾਲ ਦੇ ਕਿਸੇ ਵੀ ਵਿਭਾਗ ਵਿੱਚ ਸਿਰਫ ਜ਼ਰੂਰੀ ਉਹ ਦਰਸ਼ਕਾਂ ਦੀ ਇਜਾਜ਼ਤ ਹੀ ਹੋਵੇਗੀ। BC ਹਾਈਡਰੋ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਸਹੂਲਤਾਂ ਤੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਤੇ ਠੇਕੇਦਾਰਾਂ ਲਈ COVID-19 ਟੀਕਾਕਰਨ ਦੇ ਸਬੂਤ ਦੀ ਲੋੜ ਹੋਵੇਗੀ। BC ਦੇ ਪ੍ਰੀਮੀਅਰ ਜੌਨ ਹੌਰਗਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ, BC ਦੇ ਸਕੂਲਾਂ 'ਚ ਵਰਕਰਾਂ ਲਈ ਵੈਕਸੀਨ ਨੂੰ ਮੈਂਡੇਟਰੀ ਬਣਾਉਣਾ ਹੁਣ ਸਕੂਲ ਬੋਰਡ ਦੀ ਹੀ ਜ਼ਿੰਮੇਵਾਰੀ ਹੈ। ਵੈਕਸੀਨ ਮੈਂਡੇਟ ਆਖਰੀ ਵਿਕਲਪ ਹੈ ਤੇ ਚੁਣੇ ਹੋਏ ਬੋਰਡ ਟਰਸਟੀ ਨੂੰ ਇਸ ਤੇ ਹੁਣ ਫੈਸਲਾ ਲੈਣਾ ਚਾਹੀਦਾ ਹੈ। ਮਾਪਿਆਂ ਦੇ ਗਰੁੱਪ ਤੇ BC ਟੀਚਰਸ ਫੈਡਰੇਸ਼ਨ ਨੇ ਸਾਰੇ ਸਕੂਲ ਡਿਸਟ੍ਰਿਕਟ ਨੂੰ COVID-19 ਵੈਕਸੀਨ ਮੈਂਡੇਟ ਲਾਗੂ ਕਰਨ ਲਈ ਪਹਿਲਾਂ ਵੀ ਤਾਕੀਦ ਕੀਤੀ ਸੀ ਤੇ ਬੱਚਿਆਂ ਨੂੰ ਸਕੂਲਾਂ 'ਚ ਸੁਰੱਖਿਅਤ ਰੱਖਣ ਲਈ ਇਹ ਜ਼ਰੂਰੀ ਕਦਮ ਮੰਨਿਆ ਜਾ ਰਿਹਾ ਹੈ। ਹੌਰਗਨ ਤੋਂ ਪੁੱਛਿਆ ਗਿਆ ਕਿ ਕਈ ਲੋਕਾਂ ਨੂੰ ਵੈਕਸੀਨ ਕਾਰਡ ਨਾਲ ਸੰਬੰਧਿਤ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਕਾਰਗਰ ਹੋਣ ਸੰਬੰਧੀ ਵੀ ਸਵਾਲ ਉੱਠੇ ਨੇ। ਜਵਾਬ ਦਿੰਦੇ ਹੋਏ ਹੌਰਗਨ ਨੇ ਸੂਬੇ ਦੇ ਵਿੱਚ ਮਿਲੀਅਨਸ ਦੀ ਗਿਣਤੀ ਵਿੱਚ ਵੈਕਸੀਨੇਸ਼ਨ ਕਾਰਡ ਡਾਊਨਲੋਡ ਕੀਤੇ ਗਏ ਜਾਣ ਦੀ ਗੱਲ ਆਖੀ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਤਕਨੀਕੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਆਪਣੇ ਇਲਾਕੇ ਦੇ MLA ਨਾਲ ਸੰਪਰਕ ਕੀਤਾ ਜਾ ਸਕਦਾ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ BC ਫਾਇਰਜ਼ ਉਹ ਫੈਡਰਲੀ ਰੈਗੂਲੇਟਡ ਏਜੰਸੀ ਹੈ ਤੇ ਉਹਨਾਂ ਦੇ ਕਰਮਚਾਰੀਆਂ ਲਈ ਵੈਕਸੀਨ ਹਾਸਿਲ ਕਰਨਾ ਜ਼ਰੂਰੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਨੈਨੋਜ਼ ਰਿਸਰਚ ਦੀ ਗੱਲ ਕਰ ਲੈਂਦੇ ਹਾਂ। ਨੈਨੋਜ਼ ਰਿਸਰਚ ਦੇ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਦੇ ਮੁਤਾਬਕ ਬਹੁਗਿਣਤੀ ਦੇ ਵਿੱਚ ਕੈਨੇਡੀਅਨਸ ਨੇ COVID-19 ਵੈਕਸੀਨ ਦਾ ਬੂਸਟਰ ਸ਼ਾਟ ਲੈਣ ਦੀ ਉਹ ਇੱਛਾ ਪ੍ਰਗਟਾਈ ਹੈ। ਕੌਮੀ ਸਰਵੇਖਣ ਦੇ ਮੁਤਾਬਕ ਤਾਂ 69% ਕੈਨੇਡੀਅਨਸ ਇਸ ਸ਼ਾਟ ਦੇ ਹੱਕ ਦੇ ਵਿੱਚ ਨੇ ਤੇ 15% ਇਸ ਤੀਜੀ ਡੋਜ਼ ਦੇ ਕੁਝ ਹੱਦ ਤੱਕ ਹੱਕ ਦੇ ਵਿੱਚ ਨੇ। 55 ਸਾਲ ਤੋਂ ਵੱਧ ਉਮਰ ਦੇ ਕੈਨੇਡੀਅਨਸ ਦੇ ਵਿੱਚ ਇਹ ਸ਼ਾਟਸ ਲਗਵਾਉਣ ਦੀ ਦਿਲਚਸਪੀ ਸਭ ਤੋਂ ਜ਼ਿਆਦਾ ਹੈ। 76% ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਬੂਸਟਰ ਸ਼ਾਟ ਲਗਵਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਤੇ 17% ਹੋਰਨਾਂ ਦਾ ਕਹਿਣਾ ਹੈ ਕਿ ਉਹ ਕੁਝ ਹੱਦ ਤੱਕ ਦਿਲਚਸਪੀ ਰੱਖਦੇ ਨੇ। ਜਿੱਥੇ 84% ਪੁਰਸ਼ ਇਹ ਟੀਕਾ ਲਗਵਾਉਣ ਦੇ ਪੱਖ ਦੇ ਵਿੱਚ ਨੇ, ਉੱਥੇ ਹੀ 83% ਮਹਿਲਾਵਾਂ ਵੀ ਇਹ ਟੀਕਾ ਲਗਵਾਉਣ ਦੇ ਪੱਖ ਦੇ ਵਿੱਚ ਨੇ। ਸਭ ਤੋਂ ਵੱਧ 77% BC ਵਾਸੀ, ਫਿਰ ਅਟਲਾਂਟਿਕ ਕੈਨੇਡਾ ਤੇ ਅੰਟੈਰੀਓ ਵਾਸੀ 72% ਤੇ ਪ੍ਰੇਰੀਜ਼ ਵਾਸੀ ਨੇ ਉਹ 65% ਤੇ ਕਿਊਬਿਕ ਵਾਸੀ 63% ਇਸ ਸ਼ਾਟ ਦੇ ਹੱਕ ਦੇ ਵਿੱਚ ਨੇ। ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਉਹਨਾਂ ਵੱਲੋਂ ਇਸ ਸਮੇਂ ਸਿਰਫ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਰਹਿਣ ਵਾਲਿਆਂ ਜਾਂ ਕੰਪਰੋਮਾਈਜ਼ਡ ਇਮਿਊਨ ਸਿਸਟਮਸ ਵਾਲਿਆਂ ਨੂੰ ਹੀ ਇਹ ਬੂਸਟਰ ਸ਼ਾਟ ਲਗਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਐਡਮਿੰਟਨ ਦੇ ਵਿੱਚ ਇਸ ਵੇਲੇ ਖਾਸਾ ਕੁਝ ਚੱਲ ਰਿਹਾ। ਥੈਂਕਸ ਗਿਵਿੰਗ ਦੇ ਮੌਕੇ ਹਦਾਇਤਾਂ ਇੱਥੇ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਆਪਣੇ ਆਪ ਨੂੰ ਸੇਫ ਰੱਖੋ। ਦੂਜਾ, ਕੋਵਿਡ ਦੇ ਹਾਲਾਤ ਜਿਸ ਤਰੀਕੇ ਨਾਲ ਐਡਮਿੰਟਨ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਉੱਤੇ ਵੀ ਸਖਤੀ ਵਰਤੀ ਜਾ ਰਹੀ ਹੈ, ਤਾਕੀਦ ਕੀਤੀ ਜਾ ਰਹੀ ਹੈ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਕਿਉਂਕਿ ਇਸ ਵੇਲੇ ਸਿਹਤ ਕਾਮਿਆਂ ਦੀ ਵੀ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਦੇਖਦੇ ਹਾਂ ਇਸ ਤੇ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਤੁਹਾਡੇ ਲਈ 2 ਖਬਰਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ। ਇੱਕ ਖਬਰ ਵੀ ਕਈਆਂ ਦਿਨਾਂ ਦੀ ਦਰਅਸਲ ਇਹ ਗੱਲਬਾਤ ਚੱਲ ਰਹੀ ਹੈ ਜੀ। ਰਿੰਬੀ ਇੱਕ ਟਾਊਨ ਆ, ਉੱਥੇ ਇੱਕ ਹੌਸਪੀਟਲ ਦੇ ਵਿੱਚ ਡਾਕਟਰ ਡੈਨੀਅਲ ਨਗਾਸੇ ਹੈ ਨੇ। ਉਹਨਾਂ ਨੇ ਪਿੱਛੇ ਜਿਹੜੇ ਉੱਥੇ ਕੁਝ COVID-19 ਦੇ ਪੇਸ਼ੈਂਟ ਸੀਗੇ, ਉਹਨਾਂ ਨੂੰ ਇੱਕ ਦਵਾਈ ਦਿੱਤੀ ਜਿਹੜੀ ਬੜੀ ਚਰਚਾ ਦੇ ਵਿੱਚ ਆਈ ਹੈ। ਗੱਲ ਦਰਅਸਲ ਇਹ ਹੋਈ ਹੈ ਜੀ ਵੀ ਉਹ ਕਿਸੇ ਇੱਕ ਜਗ੍ਹਾ ਦੇ ਉੱਤੇ ਸਪੀਕਰ ਦੇ ਤੌਰ ਤੇ ਗਏ ਹੋਏ ਸੀਗੇ। ਨੂਰਮਬਰਗ ਟਰਾਇਲ ਦਾ 75ਵਾਂ ਵਰ੍ਹੇਗੰਢ ਸੀਗੀ ਤੇ ਉੱਥੇ ਉਹ ਸਪੀਚ ਕਰ ਰਹੇ ਸੀ ਤੇ ਉੱਥੇ ਉਹਨਾਂ ਨੇ ਜਦੋਂ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਹੀਆਂ ਤੇ ਉਹ ਚਰਚਾ ਦਾ ਵਿਸ਼ਾ ਬਣ ਗਈਆਂ। ਤੇ ਜਿਉਂ ਹੀ ਉਹ ਗੱਲਾਂ ਬਾਤਾਂ ਬਾਹਰ ਨਿਕਲਣੀਆਂ ਸ਼ੁਰੂ ਹੋਈਆਂ ਤੇ ਪਤਾ ਲੱਗਾ ਕਿ ਡਾਕਟਰ ਨਗਾਸੇ ਹੋਰਾਂ ਨੇ ਉਸ ਹੌਸਪੀਟਲ ਦੇ ਵਿੱਚ, ਜਿੱਥੇ ਇਹ ਕਿਸੇ ਹੋਰ ਡਾਕਟਰ ਦੀ ਜਗ੍ਹਾ ਫਿਲ ਕਰ ਰਹੇ ਸੀਗੇ, ਇਹਨਾਂ ਨੇ COVID-19 ਦੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਇੱਕ ਦਵਾਈ ਆਈਵਰਮੈਸਟਿਨ ਜਿਹੜੀ ਆ ਉਹ ਦਿੱਤੀ ਆ। ਉਹ ਦਵਾ ਹਾਲਾਂਕਿ ਦੇਖੋ ਉਹਨੂੰ ਯੂਜ਼ ਕਰਦਿਆਂ 30 ਸਾਲ ਦੇ ਕਰੀਬ ਹੋ ਗਿਆ ਜੀ, ਔਰ ਪਰ ਉਹਦੇ 'ਚ ਇਹ ਦੱਸਿਆ ਗਿਆ ਵੀ ਜਿਹੜੀ ਉਹ ਦਵਾਈ ਆ ਮੋਸਟਲੀ ਜਾਨਵਰਾਂ 'ਤੇ ਵਰਤੀ ਜਾਂਦੀ ਆ ਤਾਂ ਕਿ ਜਿਹੜੇ ਉਹਨਾਂ ਦੇ
ਪੈਰਾਸਾਈਟ ਪਏ ਹੋਣ ਜਾਨਵਰਾਂ ਦੇ ਢਿੱਡ ਵਿੱਚ, ਉਹਨਾਂ ਲਈ ਉਹ ਦਵਾਈ ਜਿਹੜੀ ਹੈ ਜੀ ਉਹ ਵਰਤੋਂ 'ਚ ਲਿਆਂਦੀ ਜਾਂਦੀ ਆ। ਹਿਊਮਨ ਯੂਜ਼ ਲਈ ਵੀ ਉਹ ਦਵਾ ਹੈ, ਪਰ ਉਹ ਲਿਸਟ ਕੀਤੀ ਹੋਈ ਆ ਵੀ ਉਹਦੀ ਇੱਕ ਵੱਖਰੀ ਫਾਰਮ ਆ ਜਿਹੜੀ ਹਿਊਮਨ ਲਈ ਯੂਜ਼ ਕੀਤੀ ਜਾਂਦੀ ਹੈ। ਅੱਛਾ ਜੀ, ਇਹਨਾਂ ਕੋਲ ਡਾਕਟਰ ਨਗਾਸੇ ਹੋਰਾਂ ਕੋਲ ਜਦੋਂ ਉਹ ਪੇਸ਼ੈਂਟ ਆਉਂਦੇ ਆ, ਉਹ ਕਹਿੰਦੇ ਜੀ ਵੀ ਉਹਨਾਂ ਦੀ ਹਾਲਤ ਕਾਫੀ ਖਰਾਬ ਸੀ ਅਤੇ ਮੈਨੂੰ ਜਿਹੜੀ ਆ ਵੀ ਉਹ ਦਵਾਈ ਪਹਿਲਾਂ ਉਹਨਾਂ ਨੂੰ ਉਹਨਾਂ ਨੇ ਦਿੱਤੀ ਆ। ਉਹ ਕਹਿੰਦੇ ਜੀ 3 ਪੇਸ਼ੈਂਟ ਸੀਗੇ ਔਰ ਕੁਝ ਕੁ ਪੇਸ਼ੈਂਟ ਤਾਂ ਉਹ ਕਹਿੰਦੇ ਕੁਝ ਘੰਟਿਆਂ ਦੇ ਵਿੱਚ ਹੀ ਠੀਕ ਹੋ ਗਏ। ਔਰ ਨਾਲ ਦੀ ਨਾਲ ਉਹ ਕਹਿ ਰਿਹਾ ਵੀ ਸੂਬੇ ਦੇ ਵਿੱਚ ਜਿਹੜਾ ਕੋਵਿਡ-19 ਦਾ ਇਲਾਜ ਚੱਲ ਰਿਹਾ ਵੀ ਇਹਦੇ ਵਿੱਚ ਕੁਝ ਮਤਲਬ ਨਾ ਗੱਲਾਂ ਬਾਤਾਂ ਅਜਿਹੀਆਂ ਹੋ ਰਹੀਆਂ ਜਿਹੜੀਆਂ ਸੁਖਾਵੀਆਂ ਨਹੀਂ ਹਨ। ਪਰ ਜਿਉਂ ਹੀ ਅਲਬਰਟਾ ਹੈਲਥ ਸਰਵਿਸ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਜੀ ਇਸ ਗੱਲ ਦੀ ਘੋਖ ਕੀਤੀ ਔਰ ਉਹਨਾਂ ਨੇ ਉਹਨੂੰ ਸਪਸ਼ਟ ਦੱਸ ਦਿੱਤਾ ਵੀ ਇਹ ਜਿਹੜੀ ਦਵਾ ਤੁਸੀਂ ਲੋਕਾਂ ਨੂੰ ਪ੍ਰਿਸਕ੍ਰਾਈਬ ਕਰ ਰਹੇ ਆ, ਇਹ ਗਲਤ ਆ, ਇਹ ਪਸ਼ੂਆਂ ਲਈ ਦਿੱਤੀ ਜਾਂਦੀ ਹੈ। ਕਿਉਂਕਿ ਪਿਛਲੇ ਦਿਨਾਂ ਵਿੱਚ ਉਹ ਲੋਕਾਂ ਦੇ ਫੋਨ ਕਾਲ ਦੇ ਜਿਹੜੇ ਆ ਜੀ ਕੁਝ ਐਮਰਜੈਂਸੀ ਵਾਲਿਆਂ ਨੂੰ ਵੀ ਆਉਣੇ ਸ਼ੁਰੂ ਹੋਏ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਦਵਾਈ ਲਈ, ਮਤਲਬ ਉਹਨਾਂ ਦੇ ਜਿਹੜੇ ਸਿੰਪਟਮ ਇੱਦਾਂ ਹੋਏ ਵੀ ਜਿਵੇਂ ਕੋਈ ਨੇ ਜ਼ਹਿਰ ਲੈ ਲਿਆ ਹੋਵੇ। ਉੱਥੇ ਉਹਨਾਂ ਨੂੰ ਫੋਨ ਕਾਲਸ ਗਏ ਨੇ ਅਤੇ ਉਹਨਾਂ ਨੇ ਫਿਰ ਉਹ ਡਾਕਟਰ ਨੂੰ ਤਾਂ ਜੀ ਉੱਥੋਂ ਪ੍ਰੈਕਟਿਸ ਕਰਨ ਤੋਂ ਹਟਾ ਦਿੱਤਾ ਵੀ ਉਹ ਲੋਕਮ ਦੇ ਤੌਰ 'ਤੇ ਉੱਥੇ ਕੰਮ ਨਹੀਂ ਕਰ ਸਕੇਗਾ। ਪਰ ਜਿਹੜਾ ਕਿਉਂਕਿ ਉਹ ਜਿਹੜੀ ਉਹਨੇ ਵੀਡੀਓ ਪੋਸਟ ਹੋਈ ਸੋਸ਼ਲ ਮੀਡੀਆ ਦੇ ਉੱਤੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਜਿਹੜਾ ਜੀ ਉਹ ਕੋਵਿਡ-19 ਬਾਰੇ ਵਹਿਮ ਭਰਮ ਜਿਹੜੇ ਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹਦੇ ਅਸਰ ਅਲਬਰਟਾ ਦੇ ਵਿੱਚ ਦੇਖੇ ਜਾ ਸਕਦੇ ਨੇ। ਕਿਉਂਕਿ ਬਹੁਤ ਸਾਰੇ ਲੋਕ ਜਿਹੜੀ ਵੈਕਸੀਨ ਦੇ ਟੀਕੇ ਲਗਾਉਣ ਤੋਂ ਪਿਛਾਂਹ ਹਟ ਰਹੇ ਸੀਗੇ। ਹਾਲਾਂਕਿ ਸੂਬੇ ਵੱਲੋਂ ਪਹਿਲਾਂ $1 ਮਿਲੀਅਨ ਦਾ ਇਨਾਮ ਵੀ ਕੱਢਿਆ ਗਿਆ, 2 ਇਨਾਮ ਕੱਢੇ ਮਿਲੀਅਨ ਡਾਲਰ ਦੇ, ਫਿਰ $100 ਵੀ ਦਿੱਤਾ ਗਿਆ ਕਿ ਬਈ ਤੁਸੀਂ ਜਿਹੜੀ ਆ ਵੈਕਸੀਨ ਦੇ ਟੀਕੇ ਲਗਵਾਓ। ਪਰ ਉਹ ਜਿਹੜਾ ਰੇਟ ਜਿਸ ਹਿਸਾਬ ਨਾਲ ਵਧਣਾ ਚਾਹੀਦਾ ਸੀ ਉਸ ਹਿਸਾਬ ਨਾਲ ਵਧੇ ਨਹੀਂ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਬਾਹਰ ਲੋਕਾਂ ਕੋਲ ਜਦੋਂ ਜਾਂਦੀ ਆਈ ਅਤੇ ਲੋਕ ਝਿਜਕਦੇ ਨੇ। ਜਦੋਂ CBC ਵਾਲਿਆਂ ਨੇ ਇਸ ਡਾਕਟਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਤੋਂ ਸਵਾਲ ਜਵਾਬ ਪੁੱਛੇ ਜਾਣ, ਤਾਂ ਉਹਨੇ ਕੋਈ ਵੀ ਰਾਬਤਾ CBC ਦੇ ਨਾਲ ਨਹੀਂ ਕੀਤਾ। ਉਹ ਕਹਿੰਦਾ ਕਿ ਮੈਂ ਕੋਈ ਵੀ ਇੰਟਰਵਿਊ ਜਿਹੜੀ ਆ ਇਸ ਗੱਲਬਾਤ ਲਈ ਨਹੀਂ ਦੇਣੀ ਚਾਹੁੰਦਾ। ਸੋ ਗੱਲ ਹੈ ਜੀ ਵੀ ਅਲਬਰਟਾ ਹੈਲਥ ਸਰਵਿਸਿਜ਼ ਵਾਲੇ ਅਤੇ ਜਿਹੜਾ ਕਾਲਜ ਆਫ ਫਿਜ਼ੀਸ਼ੀਅਨਜ਼ ਐਂਡ ਸਰਜਨਜ਼ ਹੈਗੇ ਆ ਉਹ ਵੀ ਇਸ ਗੱਲ ਦੀ ਘੋਖ ਕਰ ਰਹੇ ਨੇ ਹੁਣ ਇਸ ਡਾਕਟਰ ਦੀ, ਕਿਉਂਕਿ ਇਹ ਰਜਿਸਟਰਡ ਹੈਗਾ ਜੀ ਡਾਕਟਰ BC ਦੇ ਵਿੱਚ। ਔਰ ਅਲਬਰਟਾ ਦੇ ਜਿਹੜੇ ਫਿਜ਼ੀਸ਼ੀਅਨ ਜਿਹੜਾ ਕਾਲਜ ਹੈਗਾ ਫਿਜ਼ੀਸ਼ੀਅਨ ਐਂਡ ਸਰਜਨ ਦਾ, ਉਹ ਵੀ ਇਸ ਗੱਲੋਂ ਚਿੰਤਤ ਨੇ ਔਰ ਉਹਨਾਂ ਨੂੰ ਅਵੇਅਰ ਵੀ ਨੇ ਕਿ ਹਾਂ ਵੀ ਇਹ ਬੰਦਾ ਇੱਥੇ ਪ੍ਰੈਕਟਿਸ ਕਰ ਰਿਹਾ, ਪਰ ਹੁਣ ਉਹਦੇ 'ਤੇ ਰੋਕ ਲਾ ਦਿੱਤੀ ਗਈ ਹੈ ਕਿ ਉਹ ਇੱਥੇ ਅਲਬਰਟਾ ਦੇ ਵਿੱਚ ਇਸ ਤਰ੍ਹਾਂ ਜਿਹੜੀ ਪ੍ਰੈਕਟਿਸ ਨਹੀਂ ਕਰ ਸਕੇਗਾ, ਰਿੰਬੀ ਟਾਊਨ ਜਿਹੜਾ ਉੱਥੇ। ਇੱਕ ਦੂਸਰੀ ਖਬਰ ਇਹ ਆ ਰਹੀ ਹੈ ਜੀ ਕਿ ਜਿਹੜੀ ਨਾ ਗੈਸ ਆ ਉਹ ਕਾਫੀ ਮਹਿੰਗੀ ਹੋ ਰਹੀ ਆ। ਉਹਦੇ 'ਚ ਕੀ ਹੋਇਆ ਵੀ $1 ਤੇ 45 ਸੈਂਟ ਦੀ ਜਿਹੜੀ ਪਰ ਲੀਟਰ ਗੈਸੋਲੀਨ ਦੀ ਕੀਮਤ ਹੋ ਗਈ ਆ। ਔਰ ਇਹਦੇ ਨਾਲ ਜਿਹੜੇ ਬਿਜ਼ਨੈਸਿਸ ਨੇ ਇਹ ਪੈਂਡੈਮਿਕ ਤੋਂ ਬਾਹਰ ਆ ਰਹੇ ਸੀਗੇ, ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਨੂੰ ਇਹ ਜਿਹੜੀਆਂ ਬਹੁਤ ਤੇਜ਼ ਦੇ ਨਾਲ ਕੀਮਤਾਂ ਵਧੀਆਂ ਨੇ ਤੇਜ਼ੀ ਦੇ ਨਾਲ, ਉਹਨਾਂ ਦਾ ਹੁਣ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜਾ ਵੀ ਸਮਾਨ ਆ ਰਿਹਾ ਉਹਨਾਂ ਕੋਲ ਡਿਲੀਵਰ ਹੋ ਰਿਹਾ ਉਹ ਸਾਰੇ ਦਾ ਸਾਰਾ ਜੀ ਪਹਿਲਾਂ ਨਾਲੋਂ ਮਹਿੰਗਾ ਹੋ ਰਿਹਾ, ਕਿਉਂਕਿ ਇਹ ਫਿਊਲ ਕਾਸਟ ਜਿਹੜੀ ਆ ਵੱਧ ਰਹੀ ਆ। ਔਰ ਇਹਦੇ ਨਾਲ ਕੀ ਗਾਂਹ ਨੂੰ ਅਸਰ ਜਿਹੜਾ ਪੈ ਰਿਹਾ ਜੀ, ਇੱਕ ਹੈ ਨੇ ਬੈਂਕ ਦੇ ਨਾਲ CIBC ਬੈਂਕ ਦੇ ਨਾਲ ਮਾਹਰ ਆ, ਉਹ ਕਹਿੰਦੇ ਜੀ ਵੀ ਦੇਖੋ ਇਹ ਇਨਫਲੇਸ਼ਨਰੀ ਪ੍ਰੈਸ਼ਰ ਜਿਹੜਾ ਆ ਉਹ ਵਧੇਗਾ, ਯਾਨੀ ਕਿ ਚੀਜ਼ਾਂ ਮਹਿੰਗੀਆਂ ਹੋਣਗੀਆਂ ਔਰ ਲੋਕਾਂ 'ਤੇ ਉਸ ਗੱਲ ਦਾ ਦਬਾਅ ਵਧਣਾ ਆ। ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਜੀ ਵੀ ਦੇਖੋ ਇਹਦੇ ਨਾਲ ਕੀ ਹੋਣਾ ਵੀ ਜਿਹੜੇ ਸੂਬੇ ਨੇ ਸਰਕਾਰਾਂ ਆ ਉਹਨਾਂ ਕੋਲ ਪੈਸੇ ਹੋਰ ਆਉਣਗੇ, ਲੋਕਾਂ ਦੀਆਂ ਜੇਬਾਂ 'ਚ ਵੀ ਤਨਖਾਹਾਂ ਜਿਹੜੀਆਂ ਚੰਗੀਆਂ ਆਉਣਗੀਆਂ, ਕਿਉਂਕਿ ਕੀਮਤਾਂ ਜਿਹੜੀਆਂ ਤੇਲ ਦੀਆਂ ਵੱਧ ਰਹੀਆਂ ਨੇ। ਜਿਹੜਾ ਕੱਚਾ ਤੇਲ ਆ ਉਹ ਦੁਨੀਆ ਦੇ ਵਿੱਚ ਕਾਫੀ ਮਹਿੰਗਾ ਹੋ ਰਿਹਾ ਹੈ। ਸੋ ਇਹ ਉਹਨਾਂ ਮਾਹਰਾਂ ਦਾ ਕਹਿਣਾ ਹੈਗਾ ਜੀ। ਇੱਕ ਪਾਸੇ ਉਹ ਕਹਿੰਦੇ ਵੀ ਇਹਦੀ ਮਾਰ ਲੋਕਾਂ ਨੂੰ ਪੈਣੀ ਆ, ਦੂਸਰੇ ਪਾਸੇ ਉਹ ਕਹਿ ਰਿਹਾ
ਹਾਂ ਜੀ ਵੀ ਲੋਕਾਂ ਨੂੰ ਜ਼ਿਆਦਾ ਪੈਸੇ ਤਨਖਾਹ ਦੇ ਤੌਰ ਤੇ ਜਾਂ ਹੋਰ ਇਸ ਤਰ੍ਹਾਂ ਗਾਹ ਨੂੰ ਮਿਲਣਗੇ, ਤੇ ਸਰਕਾਰਾਂ ਕੋਲ ਵੀ ਪੈਸਾ ਜਿਹੜਾ ਆ ਉਹ ਜ਼ਿਆਦਾ ਹੋਵੇਗਾ, ਤੇ ਜਿਹਦੇ ਨਾਲ ਸਰਕਾਰਾਂ ਆਪਣੇ ਪ੍ਰੋਗਰਾਮ, ਸੋਸ਼ਲ ਪ੍ਰੋਗਰਾਮ ਨੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਚਲਾ ਸਕਣਗੀਆਂ। ਤੁਹਾਨੂੰ ਯਾਦ ਹੋਵੇਗਾ ਇੱਕ ਜਿਹੜਾ ਰੌਕੀ ਮਾਊਂਟੇਨਸ ਦੇ ਵਿੱਚ ਕੋਲ ਜਿਹੜੀਆਂ ਲੀਜ਼ਸ ਸੀਗੀਆਂ ਜੀ, ਯਾਨੀ ਕਿ ਕੋਲ ਮਾਈਨਿੰਗ ਕਰਨ ਲਈ ਕੰਪਨੀਆਂ ਨੂੰ ਲੀਜ਼ਸ ਦਿੱਤੀਆਂ ਗਈਆਂ ਸੀ, ਜਿਹਦੇ ਤੇ ਬੜਾ ਵਾਵੇਲਾ ਹੋਇਆ ਸੀਗਾ ਗਰਮੀਆਂ ਦੇ ਵਿੱਚ। ਐਨਵਾਇਰਮੈਂਟਲ ਗਰੁੱਪਸ ਨੇ ਵੀ ਔਰ ਉੱਥੋਂ ਦੇ ਲੋਕਲ ਜਿਹੜੇ ਬਸ਼ਿੰਦੇ ਨੇ ਰਹਿੰਦੇ, ਉਹਨਾਂ ਨੇ ਵੀ ਕਿਹਾ ਸੀਗਾ ਵੀ ਇਹ ਜਿਹੜੀ ਕੋਲ ਮਾਈਨਿੰਗ ਆ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਦੇ ਨਾਲ ਜਿਹੜਾ ਪੀਣ ਵਾਲਾ ਪਾਣੀ ਆ ਉੱਥੋਂ ਉਹ ਖਰਾਬ ਹੁੰਦਾ ਹੈ, ਔਰ ਨਾਲ ਦੀ ਨਾਲ ਜਿਹੜੀ ਮੱਛੀ ਆ ਜੀ ਉਹਨਾਂ ਨੂੰ ਵੀ ਉਹ ਜਿਹੜਾ ਉਹਨਾਂ ਲਈ ਠੀਕ ਨਹੀਂ ਹੈ। ਯਾਨੀ ਕਿ ਜਦੋਂ ਪਾਣੀ ਜਿਹੜਾ ਆਉਂਦਾ ਜੀ ਉਹਦੇ ਵਿੱਚ ਕੈਮੀਕਲ ਰਲ ਜਾਂਦੇ ਨੇ ਤੇ ਉਹ ਮੱਛੀਆਂ ਦਾ ਮਰਨ ਦਾ ਸਬੱਬ ਬਣਦੇ ਨੇ। ਇਸ ਕਰਕੇ ਉਹ ਪਿੱਛੇ ਜਿਹਾ ਉਹਦੇ ਤੇ ਰੋਕ ਲਾ ਦਿੱਤੀ ਗਈ ਸੀ, ਪਰ ਹੈਰਾਨੀ ਹੁਣ ਇਸ ਗੱਲ ਦੀ ਹੋਈ ਆ ਕਿ ਉਹ ਜਿਹੜੀਆਂ ਕੋਲ ਹੈ ਨਾ ਮਾਈਨਿੰਗ ਦੀਆਂ ਲੀਜ਼ਸ, ਉਹ ਜਿਹੜੀਆਂ ਛੋਟੀਆਂ ਕੰਪਨੀਆਂ ਕੋ ਹੈ ਜਾਂ ਕਿਸੇ ਕੋਲ ਵੀ, ਉਹ ਕਿਸੇ ਹੋਰ ਦੂਸਰੀਆਂ ਕੰਪਨੀਆਂ ਨੂੰ ਟਰਾਂਸਫਰ ਕਰ ਰਹੀਆਂ ਨੇ, ਜਾਂ ਕਹਿ ਲਓ ਵੀ ਦੂਸਰੀਆਂ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੋਂ ਖਰੀਦ ਰਹੀਆਂ ਆ। ਇਹਦੇ ਤੇ ਲੋਕਾਂ ਨੂੰ ਚਿੰਤਾ ਹੋਈ ਕਿ ਬਈ ਜਦੋਂ ਉਹਨਾਂ ਤੇ ਰੋਕ ਲੱਗੀ ਹੋਈ ਹੈ ਤੇ ਉਹ ਕੰਪਨੀਆਂ ਕਿਉਂ ਖਰੀਦ ਰਹੀਆਂ ਨੇ। ਉਹਨਾਂ ਨੂੰ ਫਿਰ ਉਹਦੇ ਤੋਂ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਭਾਵੇਂ ਸੂਬਾ ਸਰਕਾਰ ਕਹਿੰਦੀ ਇੱਕ ਗੱਲ ਆ, ਪਰ ਅੰਦਰੋਂ ਅੰਦਰੀ ਉਹਨਾਂ ਵੱਡੀਆਂ ਕੰਪਨੀਆਂ ਨੂੰ ਪਤਾ ਕਿ ਇਹ ਕੰਮ ਥਰੂ ਹੋ ਜਾਣਾ ਤਾਂ ਅਸੀਂ ਇਹ ਜਿਹੜੀ ਲੀਜ਼ ਆ ਖਰੀਦ ਲਈਏ। ਜਿਹੜੇ ਸਾਡੇ ਐਨਰਜੀ ਮਿਨਿਸਟਰ ਆ ਸੋਨੀਆ ਸਾਵੇਜ ਹੁਰੀ, ਉਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਗਈ, ਉਹ ਕਹਿੰਦੀ ਮੈਨੂੰ ਤਾਂ ਆਪ ਬੜੀ ਹੈਰਾਨੀ ਆ ਵੀ ਇੱਦਾਂ ਉਹ ਕੰਪਨੀਆਂ ਕਿਉਂ ਖਰੀਦ ਰਹੀਆਂ ਨੇ ਜਿਹੜੀਆਂ ਲੀਜ਼ਸ ਹੈ ਨੇ। ਪਰ ਜਿਹੜੇ ਕ੍ਰਿਟਿਕ ਨੇ NDP ਪਾਰਟੀ ਦੇ, ਉਹ ਕਹਿੰਦੇ ਜੀ ਵੀ ਦੇਖੋ ਇਹ ਸਰਕਾਰ ਦਾ ਕੰਮ ਕਰਨ ਦਾ ਢੰਗ ਤਰੀਕਾ ਇਸੇ ਤਰ੍ਹਾਂ ਦਾ ਹੈ, ਔਰ ਇਹਨਾਂ ਕੰਪਨੀਆਂ ਨੂੰ ਪਤਾ ਹੈ ਕਿ ਇਹ ਜਿਹੜੀ ਹੈ ਲੀਜ਼ਸ ਉਹ ਇਸ ਕਰਕੇ ਖਰੀਦ ਰਿਹਾ ਵੀ ਗਾਹਾਂ ਨੂੰ ਇਹ ਚੁੱਪ ਚਪੀਤੇ ਕੰਮ ਜਿਹੜਾ ਜੀ ਇਹਨਾਂ ਨੇ ਕਰ ਦੇਣਾ, ਯਾਨੀ ਕਿ ਅਪਰੂਵ ਕਰ ਦੇਣਾ, ਔਰ ਕੋਲ ਮਾਈਨਿੰਗ ਉੱਥੇ ਹੋਵੇਗੀ। ਹਾਲਾਂਕਿ ਉਹ ਇਲਾਕਾ ਜੀ ਐਨਵਾਇਰਮੈਂਟਲੀ ਜਿਹੜਾ ਉਹ ਲੋਕੀ ਬੜੇ ਚਿੰਤਤ ਨੇ, ਬਹੁਤ ਖੂਬਸੂਰਤ ਏਰੀਆ ਔਰ ਉਹਨੂੰ ਉਸੇ ਤਰ੍ਹਾਂ ਹੀ ਲੋਕ ਬਣਾਈ ਰੱਖਣਾ ਚਾਹੁੰਦੇ ਨੇ, ਪਰ ਜਿਹੜੀ ਆਹ ਹਰਕਤ ਹੋ ਰਹੀ ਆ ਇਹਦੇ ਤੋਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਹੋ ਰਹੀ ਆ। ਕੁਲਮੀਤ ਸਿੰਘ ਸੰਘਾ, ਚੈਨਲ ਪੰਜਾਬੀ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।